Let us start Punjab Tenancy Act 1887। ਇਹ ਐਕਟ ਦੀ ਕਿਉਂ ਲੋੜ ਪਈ ਹੈ, ਐਕਟ ਕੀ ਚੀਜ਼ ਹੈਗੀ ਹੈ, ਇਹਦੇ ਸੰਬੰਧੀ ਥੋੜਾ ਜਿਹਾ ਇੰਟਰੋਡਕਸ਼ਨ ਜੇ ਆਪਾਂ ਨੂੰ ਹੋਏਗੀ ਤਾਂ ਤੁਹਾਨੂੰ ਜਿਹੜਾ ਐਕਟ ਹੈਗਾ ਪ੍ਰੋਪਰ ਤਰੀਕੇ ਨਾਲ ਸਮਝ ਆਏਗਾ। ਉਸ ਟਾਈਮ ਦੇ ਵਿੱਚ ਜਦੋਂ ਇਹ ਐਕਟ ਬਣੇ ਹੈ, ਉਸ ਸਮੇਂ ਜਿਹੜੀਆਂ ਲੈਂਡ ਸੀਗੀਆਂ, ਜ਼ਮੀਨਾਂ ਸੀਗੀਆਂ, ਵੱਡੇ ਵੱਡੇ ਲੈਂਡਲੌਰਡ ਹੁੰਦੇ ਸੀਗੇ, ਲੈਂਡ ਓਨਰ, ਵੱਡੇ ਵੱਡੇ ਜ਼ਗੀਰਦਾਰ ਹੁੰਦੇ ਸੀ ਜਿਨ੍ਹਾਂ ਕੋਲ 100 ਏਕੜ 200 ਏਕੜ ਜ਼ਮੀਨਾਂ ਹੁੰਦੀਆਂ ਸੀ ਤੇ ਉਹਨਾਂ ਦੇ ਮੁਜ਼ਾਹਰੇ ਹੁੰਦੇ ਸੀ, ਜਿਹਨਾਂ ਨੂੰ ਅੱਜ ਵੀ ਮੁਜ਼ਾਹਰਾ ਕਹਿੰਦੇ, ਗੈਰ-ਮਲੂਸੀ ਕਹਿ ਦਿੰਦੇ ਆ। ਉਹਨਾਂ ਦੇ ਅਧੀਨ ਜ਼ਮੀਨਾਂ ਕਾਸ਼ਤ ਕਰਦੇ ਸੀਗੇ, ਕੋਈ ਲੰਮੇ ਸਮੇਂ ਤੋਂ ਕਾਸ਼ਤ ਕਰਦੇ ਸੀ, ਕੋਈ 10 ਸਾਲ ਤੋਂ, ਕੋਈ 20 ਸਾਲ ਤੋਂ, ਕੋਈ 30 ਸਾਲ ਤੋਂ, ਕੋਈ ਪੀੜ੍ਹੀ ਦਰ ਪੀੜ੍ਹੀ ਕਾਸ਼ਤ ਕਰਦਾ ਆ ਰਿਹਾ ਸੀਗਾ, ਦਾਦਿਆਂ ਤੋਂ ਪੜਦਾਦਿਆਂ ਤੋਂ। ਤੇ ਇੰਨਾ ਕਾਸ਼ਤ ਕਰਦੇ ਆ ਰਹੇ ਸੀ ਉਹ, ਫਿਰ ਉਹ ਮੁਜ਼ਾਹਰੇ ਬਣ ਜਾਂਦੇ ਸੀਗੇ, ਤਿੰਨ ਪੀੜ੍ਹੀਆਂ ਤੋਂ ਜਿਹੜੇ ਕਾਸ਼ਤ ਕਰਦੇ ਆਉਂਦੇ ਸੀ ਲੋਕ। ਫਿਰ ਉਹਨਾਂ ਦੇ ਵਿਚਕਾਰ ਆਪਸੀ ਡਿਸਪਿਊਟ ਕ੍ਰੀਏਟ ਹੋਣ ਲੱਗੇ, ਲੈਂਡਲੌਰਡ ਦੇ ਵਿਚਕਾਰ ਤੇ ਟੈਨੈਂਟਸ ਦੇ ਵਿਚਕਾਰ ਆਪਸੀ ਡਿਸਪਿਊਟ ਕ੍ਰੀਏਟ ਹੋਣ ਲੱਗੇ। ਉਹਨਾਂ ਡਿਸਪਿਊਟਸ ਨੂੰ ਸੋਲਵ ਕਰਨ ਦੀ ਖਾਤਰ ਜਿਹੜਾ ਇਹ ਐਕਟ ਹੈ, ਪਹਿਲਾਂ ਇਸ ਤੋਂ ਪਹਿਲਾਂ ਪੰਜਾਬ ਟੈਨੈਂਸੀ ਐਕਟ 1868 ਬਣਿਆ ਸੀਗਾ। ਫਿਰ ਉਹਦੇ ਵਿੱਚ ਕੁਝ ਤਰਮੀਮਾਂ ਲੋੜ ਪਈ, ਅਮੈਂਡਮੈਂਟਸ ਕਰਨ ਦੀ ਜ਼ਰੂਰਤ ਪਈ, ਬਹੁਤ ਸਾਰੀਆਂ ਅਮੈਂਡਮੈਂਟਸ ਹੋ ਗਈਆਂ। ਜਦੋਂ ਜ਼ਿਆਦਾ ਅਮੈਂਡਮੈਂਟਸ ਹੋ ਗਈਆਂ ਤੇ ਫਿਰ ਉਸ ਤੋਂ ਬਾਅਦ ਕੀ ਹੈ, ਗਵਰਨਮੈਂਟ ਨੇ ਜਿਹੜਾ ਇਹ ਐਕਟ ਹੈਗਾ ਇਹਦੇ ਵਿੱਚ 1887 ਦੇ ਵਿੱਚ 1887 ਦੇ ਵਿੱਚ ਆ ਕੇ ਫਿਰ ਨਵਾਂ ਐਕਟ ਬਣਾਇਆ ਹੈਗਾ, ਤਾਂ ਕਿ ਜਿਹੜੇ ਲੈਂਡਲੌਰਡ ਤੇ ਜਿਹੜੇ ਟੈਨੈਂਟਸ ਹੈਗੇ ਆ, ਉਹਨਾਂ ਦੇ ਜਿਹੜੇ ਡਿਸਪਿਊਟਸ ਨੇ ਉਹਨਾਂ ਨੂੰ ਸੋਲਵ ਕੀਤਾ ਜਾ ਸਕੇ, ਸੈਟਲ ਕੀਤਾ ਜਾ ਸਕੇ। ਉਹਨਾਂ ਦੇ ਵਿੱਚ ਜਿਹੜੀਆਂ ਵੀ ਇੱਕ ਦੂਜੇ ਦੇ ਕੋਈ ਆਪਣੀ ਜਿਹੜੀ ਐਗਰੀਮੈਂਟ ਹੁੰਦੇ ਸੀਗੇ, ਕੰਟਰੈਕਟ ਹੁੰਦੇ ਸੀਗੇ ਟੈਨੈਂਸੀ ਦੇ, ਉਹ ਟੈਨੈਂਸੀ ਦੇ ਐਕਟ ਨੂੰ ਕੋਈ ਬੰਦਾ, ਕੋਈ ਵੀ ਇੱਕ ਪਾਰਟੀ ਕੋਈ ਉਸ ਨੂੰ ਤੋੜਦੀ ਸੀ ਤਾਂ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਸਕਦੀ ਸੀ, ਲੈਂਡਲੌਰਡ ਕੀ ਕਾਰਵਾਈ ਕਰ ਸਕਦਾ ਸੀਗਾ, ਟੈਨੈਂਟ ਕੀ ਕਾਰਵਾਈ ਕਰ ਸਕਦਾ ਸੀਗਾ, ਤੇ ਉਹ ਡਿਸਪਿਊਟ ਕਿਵੇਂ ਸੈਟਲ ਕੀਤੇ ਜਾਂਦੇ ਸੀਗੇ। ਰੈਵਨਿਊ ਆਫੀਸਰ, ਰੈਵਨਿਊ ਕੋਰਟਾਂ ਬਣਾਈਆਂ ਗਈਆਂ ਇਸ ਐਕਟ ਦੇ ਤਹਿਤ ਉਸ ਵੇਲੇ। ਤਾਂ ਜਿਹੜਾ ਇਹ ਐਕਟ ਸੀਗਾ 1868 ਤੋਂ ਬਾਅਦ 1887 ਐਕਟ ਬਣਾਇਆ ਗਿਆ, ਪੰਜਾਬ ਟੈਨੈਂਸੀ ਐਕਟ, ਜਿਹਨੂੰ ਅਸੀਂ ਅੱਜ ਪੜ੍ਹਨ ਲੱਗੇ ਹਾਂ। ਇਹਦਾ ਚੈਪਟਰ ਨੰਬਰ 1 ਤੋਂ ਅਸੀਂ ਸਟਾਰਟ ਕਰਾਂਗੇ। ਟਾਈਟਲ ਹੈ ਐਕਸਟੈਂਟ ਆਫ ਦਾ ਕਮੈਂਸਮੈਂਟ। ਇਹ ਜਿਹੜਾ ਐਕਟ ਹੈ ਕਦੋਂ ਕਮੈਂਸ ਹੋਇਆ, ਕਦੋਂ ਇਹਦਾ ਟਾਈਟਲ ਕੀ ਹੈਗਾ, ਪੰਜਾਬ ਟੈਨੈਂਸੀ ਐਕਟ 87। ਇਹ ਜਿਹੜਾ ਸੀਗਾ ਇਹ ਸਟੇਟ ਆਫ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਜਿਹੜਾ ਹੈਗਾ ਸੀ ਇਨਫੋਰਸ ਹੋਇਆ। ਉਸ ਵੇਲੇ ਜਦੋਂ ਸਟੇਟ ਆਫ ਪੰਜਾਬ 'ਚ ਕਿਹੜੇ ਕਿਹੜੇ ਪਾਰਟ ਹੁੰਦੇ ਸੀਗੇ, ਪੰਜਾਬ, ਹਰਿਆਣਾ, ਹਿਮਾਚਲ ਦਾ ਕੁਛ ਹਿੱਸਾ, ਯੂਟੀ, ਇਹ ਸਾਰੇ ਪੰਜਾਬ ਦੇ ਪਾਰਟ ਹੁੰਦੇ ਸੀਗੇ ਉਸ ਵੇਲੇ। ਇਹ ਆਫਟਰ ਦਾ ਕੰਸੈਂਟ ਆਫ ਦਾ ਸੈਂਟਰਲ ਗਵਰਨਮੈਂਟ। ਤੇ ਜਿਹੜਾ ਨੈਕਸਟ ਅਸੀਂ ਪੜਾਂਗੇ ਚੈਪਟਰ ਨੰਬਰ 2। ਇਟ ਇਜ਼ ਵੈਰੀ ਇੰਪੋਰਟੈਂਟ ਚੈਪਟਰ ਹੈ, ਰਾਈਟ ਆਫ ਆਕੂਪੈਂਸੀ। ਇਹ ਤੁਸੀਂ ਬਾਰ-ਬਾਰ ਪੜੋਗੇ ਤਾਂ ਤੁਹਾਨੂੰ ਸਮਝ ਆਏਗਾ, 2 ਵਾਰੀ 3 ਵਾਰੀ ਇਸ ਤੋਂ ਬਾਅਦ ਵੀ। ਆਪਾਂ ਕਹਿੰਦੇ ਰਾਈਟ ਆਫ ਆਕੂਪੈਂਸੀ, ਤੁਸੀਂ ਸੁਣਿਆ ਹੋਵੇਗਾ ਬਹੁਤ ਵਾਰੀ, ਆਕੂਪੈਂਸੀ ਕੀ ਹੁੰਦੀ ਹੈ, ਰਾਈਟ ਆਫ ਆਕੂਪੈਂਸੀ ਕੀ ਹੁੰਦੇ ਆ। ਸਰਕਾਰ ਨੇ 1953 ਦੇ ਵਿੱਚ ਪੰਜਾਬ ਆਕੂਪੈਂਸੀ ਟੈਨੈਂਟਸ ਵੈਸਟਿੰਗ ਪ੍ਰੋਪਰਾਈਟਰੀ ਰਾਈਟਸ ਐਕਟ 1952 ਬਣਾਇਆ ਸੀਗਾ, ਜਿਹਦੇ ਤਹਿਤ ਕੀ ਕੀਤਾ ਸੀਗਾ ਸਰਕਾਰ ਨੇ, ਜਿਹੜੇ ਇਹ ਆਕੂਪੈਂਸੀ ਟੈਨੈਂਟ ਸੀਗੇ ਇਹਨਾਂ ਨੂੰ ਓਨਰਸ਼ਿਪ ਦੇ ਰਾਈਟਸ ਦਿੱਤੇ ਸੀਗੇ। ਇਸ ਤਰੀਕੇ ਪੰਜਾਬ ਆਕੂਪੈਂਸੀ ਟੈਨੈਂਸੀ ਆਕੂਪੈਂਸੀ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਪੈਪਸੂ ਦਾ ਵੀ ਬਣਿਆ ਸੀ, 50 ਦਾ ਵੀ ਬਣਿਆ ਸੀਗਾ, 52 ਦੇ ਵਿੱਚ ਬਣਿਆ ਸੀ ਕਿ 53 ਦੇ ਵਿੱਚ ਬਣਿਆ ਸੀ ਸ਼ਾਇਦ। ਉਹਦੇ ਚ ਜਿੰਨੇ ਵੀ ਆਕੂਪੈਂਸੀ ਟੈਨੈਂਟ ਸੀਗੇ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸੀਗੇ। ਹੁਣ ਰਾਈਟ ਆਫ ਆਕੂਪੈਂਸੀ ਹੁੰਦਾ ਕੀ ਹੈ, ਜੇ ਪਹਿਲਾਂ ਆਕੂਪੈਂਸੀ ਟੈਨੈਂਟ ਕੋਈ ਕਹਿਲਾਵੇਗਾ ਜਾਂ ਬਣੇਗਾ ਫਿਰ ਹੀ ਉਹ ਓਨਰਸ਼ਿਪ ਦੇ ਰਾਈਟ ਲੈ ਪਾਏਗਾ। ਠੀਕ ਹੈ ਜੀ। ਰਾਈਟ ਆਫ ਆਕੂਪੈਂਸੀ ਸੈਕਸ਼ਨ ਜਿਹੜਾ 5 ਹੈਗਾ ਬਹੁਤ ਇੰਪੋਰਟੈਂਟ ਹੈ। ਟੈਨੈਂਟਸ ਹੈਵਿੰਗ ਰਾਈਟ ਆਫ ਆਕੂਪੈਂਸੀ, ਕਿਹੜੇ ਟੈਨੈਂਟ ਹੁੰਦੇ ਨੇ ਜਿਹਨਾਂ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿ ਦਿੰਦੇ ਹਾਂ, ਉਹ ਕਿਹੜੇ ਟੈਨੈਂਟ? ਅਦਰਵਾਈਜ਼ ਤਾਂ ਲੈਂਡਲੌਰਡ ਤੇ ਟੈਨੈਂਟ ਹੈਗੇ, ਕਿਰਾਇਆ ਦਾ ਕਰਦੇ ਆ, ਉਹ ਲੈਂਡਲੌਰਡ ਹੈ, ਉਹ ਟੈਨੈਂਟ ਹੈ। ਬਟ ਆਕੂਪੈਂਸੀ ਟੈਨੈਂਟ ਕਦੋਂ ਬਣਦਾ ਹੈ? ਆਕੂਪੈਂਸੀ ਟੈਨੈਂਟ ਉਦੋਂ ਬਣਦਾ ਹੈ ਜਿਹੜਾ ਟੈਨੈਂਟ ਹੈਗਾ who at the commencement of this act for more than 2 generations, 2 ਜਨਰੇਸ਼ਨ ਤੋਂ ਲਗਾਤਾਰ ਜ਼ਮੀਨ ਬਾਹਰ ਰਿਹਾ ਹੋਵੇ, ਇਨ ਦਾ ਮੇਲ ਲਾਈਨ ਥਰੂ, ਯਾਨੀ ਕਿ ਬਾਬੇ ਥਰੂ, ਦਾਦੇ ਥਰੂ, ਫਿਰ ਉਹਦੇ ਫਾਦਰ, ਫਿਰ ਉਹ ਆਪ ਆ ਗਿਆ, ਤੀਜੀ ਪੀੜ੍ਹੀ ਚ ਆ ਗਿਆ। ਠੀਕ ਹੈ। ਥਰੂ ਦਾ ਗ੍ਰੈਂਡਫਾਦਰ ਔਰ ਗ੍ਰੈਂਡ ਅੰਕਲ, ਮਤਲਬ ਉਹਦਾ ਬਾਪ ਦਾਦਾ ਵੀ ਹੋ ਸਕਦਾ ਹੈ, ਚਾਚਾ ਦਾਦਾ ਵੀ ਹੋ ਸਕਦਾ ਹੈ, ਤਾਇਆ ਦਾਦਾ ਵੀ ਹੋ ਸਕਦਾ ਹੈ। ਉਸ ਪੀੜ੍ਹੀ ਤੋਂ ਚਲਦੀ ਆ ਰਹੀ ਹੋਵੇ ਉਹਨਾਂ ਕੋਲੇ ਉਹ ਟੈਨੈਂਸੀ ਲੈਂਡ ਦੀ ਘੱਟੋ ਘੱਟ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ, 20 ਸਾਲ ਤੋਂ ਘੱਟ ਨਾ ਹੋਵੇ, ਘੱਟੋ ਘੱਟ ਫਾਰ ਏ ਪੀਰੀਅਡ ਨਾਟ ਲੈਸ ਦੈਨ 20 years। ਕੋਈ ਲੈਂਡ ਕਿਸੇ ਟੈਨੈਂਟ ਕੋਲੇ, ਕਿਸੇ ਮਾਲਕ ਦੀ ਜਿਹੜੀ ਜ਼ਮੀਨ ਹੈ ਉਹ ਘੱਟੋ ਘੱਟ 2 ਜਨਰੇਸ਼ਨ ਤੋਂ ਕਬਜ਼ੇ ਵਿੱਚ ਹੋਵੇ ਤੇ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਤੇ ਉਹ ਉਹਦਾ ਕੋਈ ਕਿਰਾਇਆ ਅਦਾ ਨਾ ਕਰਦਾ ਹੋਵੇ।
ਉਹ ਟੈਨੈਂਟ ਉਸ ਮਾਲਕ ਦੇ ਨੂੰ ਕੋਈ ਕਿਰਾਇਆ ਅਦਾ ਨਾ ਕਰਦਾ ਹੋਵੇ, ਸਿਰਫ paying no rent therefore beyond the amount of the land revenue, ਸਿਰਫ ਲੈਂਡ ਰੈਵਨਿਊ ਹੀ ਅਦਾ ਕਰਦਾ ਹੋਵੇ। ਲੈਂਡ ਰੈਵਨਿਊ ਜਿੰਨਾ ਕਿ ਮਾਲਕ ਨੇ ਅਦਾ ਕਰਨਾ ਹੁੰਦਾ ਹੈ, ਮਾਲਕ ਨੇ ਜਾਂ ਲੈਂਡ ਰੈਵਨਿਊ ਜਾਂ ਕੋਈ ਰੇਟ ਜਾਂ ਕੋਈ ਸੈਸਸ ਜਿਹੜਾ ਗਵਰਨਮੈਂਟ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ, ਸਿਰਫ ਉਸ ਤੋਂ ਇਲਾਵਾ ਹੋਰ ਕੋਈ ਰੈਂਟ ਵਜੋਂ ਕੋਈ ਅਮਾਉਂਟ ਪੇ ਨਾ ਕਰਦਾ ਹੋਵੇ ਜਿਹੜਾ ਟੈਨੈਂਟ ਹੈ, 2 ਜਨਰੇਸ਼ਨ ਤੋਂ ਲਗਾਤਾਰ ਕਾਸ਼ਤ ਕਰ ਰਿਹਾ ਹੋਵੇ, 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਘੱਟੋ ਘੱਟ, ਤੇ ਕੋਈ ਲੈਂਡ ਰੈਂਟ ਤੋਂ ਬਿਨਾ ਕੋਈ ਹੋਰ ਰੈਂਟ ਪੇ ਨਾ ਕਰਦਾ ਹੋਵੇ, ਉਸ ਵਿਅਕਤੀ ਨੂੰ, ਉਸ ਟੈਨੈਂਟ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਹਾਂ। ਇਹ ਕੁਐਸਚਨ ਪੱਕਾ ਹੈਗਾ ਜੀ, 100% ਹੀ ਆਉਂਦਾ ਹੈ, ਉਸ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਹਾਂ। ਜਾਂ ਫਿਰ ਇਸ ਤੋਂ ਇਲਾਵਾ ਕੋਈ ਜ਼ਮੀਨ ਦਾ ਮਾਲਕ ਹੋਵੇ, ਸਬ ਕਲਾਸ ਬੀ ਸੈਕਸ਼ਨ 5 ਕਲਾਸ ਬੀ, ਕੋਈ ਜ਼ਮੀਨ ਦਾ ਮਾਲਕ ਹੋਵੇ, ਉਹਦਾ ਕਿਸੇ ਕਾਰਨ ਓਨਰਸ਼ਿਪ ਦਾ ਜਿਹੜਾ ਰਾਈਟਸ ਹੈ ਉਹ ਟੁੱਟ ਚੁੱਕਿਆ ਹੋਵੇ, ਜਿਨਕੇ ਪਾਰਟੀਆਂ ਦਾ ਆਪਸੀ ਕੋਈ ਡਿਸਪਿਊਟ ਦੇ ਕਾਰਨ ਜਿਹੜੇ ਉਹਦੇ ਓਨਰਸ਼ਿਪ ਰਾਈਟ ਨੇ, ਜਿਵੇਂ ਉਹਦੀ ਰਜਿਸਟਰੀ ਟੁੱਟ ਗਈ ਹੋਵੇ, ਉਹਦਾ ਇੰਤਕਾਲ ਟੁੱਟ ਗਿਆ ਹੋਵੇ, ਠੀਕ ਹੈ, ਪਰ ਗਵਰਨਮੈਂਟ ਦਾ ਰੋਲ ਨਾ ਕੋਈ ਹੋਵੇ ਇਹਦੇ ਵਿੱਚ, ਜਾਂ ਵਲੰਟਰੀ ਉਹਨੇ ਛੱਡਿਆ ਨਾ ਹੋਵੇ, ਅਦਰਵਾਈਜ਼ ਉਹਦੀ ਓਨਰਸ਼ਿਪ ਟੁੱਟ ਚੁੱਕੀ ਹੋਵੇ, ਪਰ ਉਹ ਲਗਾਤਾਰ ਕੰਟੀਨਿਊਸ ਪੋਜੀਸ਼ਨ ਦੇ ਵਿੱਚ ਹੋਵੇ। Who having owned land and having ceased to be the landowner thereof otherwise than by the forfeiture of the government ਦੇ ਨਹੀਂ, ਜਾਂ ਉਹਨਾਂ ਆਪਣੀ ਮਰਜ਼ੀ ਨਾਲ ਨਹੀਂ, ਜਾਂ ਗਵਰਨਮੈਂਟ ਦੀ ਉਸ ਨਾਲ ਨਹੀਂ, ਮਰਜ਼ੀ ਨਾਲ ਨਹੀਂ, ਵਲੰਟਰੀ ਨਹੀਂ, ਅਦਰਵਾਈਜ਼ ਉਹ ਕਬਜ਼ੇ ਵਿੱਚ ਰਹਿ ਰਿਹਾ ਹੋਵੇ, ਲਗਾਤਾਰ ਕੰਟੀਨਿਊਸ ਪੋਜੀਸ਼ਨ 'ਚ ਹੋਵੇ, ਪਰ ਉਹਦੀ ਕਿਸੇ ਕਾਰਨ ਉਹਦੀ ਰਜਿਸਟਰੀ ਟੁੱਟ ਚੁੱਕੀ ਹੋਵੇ, ਮਾਲਕੀ ਟੁੱਟ ਚੁੱਕੀ ਹੋਵੇ, ਉਸ ਨੂੰ ਵੀ ਅਸੀਂ ਆਕੂਪੈਂਸੀ ਟੈਨੈਂਟ ਕਹਾਂਗੇ। ਸਬ ਕਲਾਸ ਬੀ ਕਹਿੰਦੀ ਹੈ। ਨੈਕਸਟ ਹੈ ਸਬ ਕਲਾਸ ਸੀ। ਕਿਸੇ ਨੇ ਪਿੰਡ ਬੰਨਿਆ ਹੋਵੇ, ਕਿਸੇ ਲੈਂਡਲॉर्ड ਨੇ ਪਿੰਡ ਬੰਨਿਆ ਹੋਵੇ, ਫਾਊਂਡਰ ਆਫ ਦਾ ਵਿਲੇਜ ਕੋਈ ਵਿਅਕਤੀ ਹੋਵੇ, ਤੇ ਉਹ ਜਦੋਂ ਪਿੰਡ ਬੰਨਿਆ ਹੁੰਦਾ ਤਾਂ ਫਿਰ ਜਿਹੜੇ ਕੁਝ ਮਜ਼ਾਰੇ ਹੁੰਦੇ ਆ ਉਹਨਾਂ ਨੂੰ ਜ਼ਮੀਨ ਬਾਂਹ ਲਈ ਦਿੱਤੀ ਜਾਂਦੀ ਹੈ, ਤੇ ਉਹ ਜਿਹੜੇ ਮਜ਼ਾਰੇ ਹੈਗੇ ਆ, ਮਜ਼ਾਰਿਆਂ ਨੇ ਜ਼ਮੀਨ ਤੋੜ ਕੇ ਜ਼ਮੀਨ ਨੂੰ ਉਪਜਾਊ ਬਣਾਇਆ ਹੋਵੇ, ਪਰ 21/10/1868 ਤੋਂ ਬਾਅਦ 21/10/68 ਤੋਂ ਉਹ ਬੰਦੇ ਕਾਬਜ਼ ਚਲੇ ਆ ਰਹੇ ਹੋਣ, ਲਗਾਤਾਰ 21/10/68 ਤੋਂ ਕਾਬਜ਼ ਚਲੇ ਆ ਰਹੇ ਹੋਣ, ਟੈਨੈਂਟ ਪਿੰਡ ਦੇ ਮਾਲਕ ਨੇ ਪਿੰਡ ਬੰਨਣ ਦੀ ਖਾਤਰ ਉਹਨਾਂ ਵਿਅਕਤੀਆਂ ਨੂੰ ਕਾਸ਼ਤ ਲਈ ਜ਼ਮੀਨ ਦਿੱਤੀ ਹੋਵੇ, ਠੀਕ ਹੈ, ਤੇ ਲਗਾਤਾਰ ਉਹਨਾਂ ਦਾ ਕਬਜ਼ਾ ਚੱਲਿਆ ਆ ਰਿਹਾ ਹੈ ਸਿੰਸ ਡੇਟ ਜਦੋਂ ਤੱਕ ਇਹ ਐਕਟ ਬਣਿਆ ਹੈਗਾ, ਉਸ ਵੇਲੇ ਤੱਕ ਉਹ ਵਿਅਕਤੀ ਵੀ ਜਿਹੜੇ ਹੈਗੇ ਨੇ ਆਕੂਪੈਂਸੀ ਟੈਨੈਂਟ ਦੀ ਪਰਿਭਾਸ਼ਾ ਵਿੱਚ ਗਿਣੇ ਜਾਂਦੇ ਆ। ਠੀਕ ਹੈ ਜੀ। ਚੌਥਾ ਹੈਗਾ ਜ਼ਗੀਰਦਾਰ। ਕੋਈ ਜ਼ਗੀਰਦਾਰ ਜਿਹਨੂੰ ਸਰਕਾਰ ਨੇ ਜ਼ਮੀਨ ਦਿੱਤੀ ਹੋਵੇ ਵਾਹਨ ਦੀ ਖਾਤਰ, 20 ਸਾਲ ਤੋਂ ਲਗਾਤਾਰ ਉਹ ਕਬਜ਼ੇ ਵਿੱਚ ਹੋਵੇ ਤੇ ਜ਼ਮੀਨ ਨੂੰ ਉਹ ਵਾਹ ਰਿਹਾ ਹੋਵੇ, ਜਿਸ ਪਿੰਡ ਦਾ ਉਹ ਜ਼ਗੀਰਦਾਰ ਹੋਵੇ ਉਸ ਪਿੰਡ ਦੀ ਜ਼ਮੀਨ ਹੋਵੇ, ਲਗਾਤਾਰ 20 ਈਅਰ ਤੋਂ ਘੱਟੋ ਘੱਟ 20 ਈਅਰ ਦਾ ਸਮਾਂ ਹੈਗਾ, ਉਹ ਲਗਾਤਾਰ ਵਾਹ ਰਿਹਾ ਹੋਵੇ ਜ਼ਮੀਨ ਨੂੰ, ਤੇ ਉਹ ਵੀ ਜਿਹੜਾ ਹੈਗਾ ਆਕੂਪੈਂਸੀ ਟੈਨੈਂਟ ਕਹਿਲਾਏਗਾ ਇਸ ਐਕਟ ਦੇ ਤਹਿਤ। ਹੈਜ਼ ਅ ਰਾਈਟ ਆਫ ਆਕੂਪੈਂਸੀ ਇਨ ਦਾ ਲੈਂਡ so occupied unless in the case of a tenant belonging to the class C। ਇੱਥੇ ਹੀ ਕਿਹਾ ਗਿਆ ਹੈਗਾ ਇਹਦੇ ਵਿੱਚ ਵੀ ਜਿਹੜੀ ਆਪਾਂ ਉੱਪਰਲੀ C ਕਲਾਸ ਪੜ੍ਹੀ ਹੈ, C ਕਲਾਸ ਜਿਹੜਾ ਪਿੰਡ ਦਾ ਫਾਊਂਡਰ ਹੈ, ਪਿੰਡ ਦੇ ਫਾਊਂਡਰ ਨੇ ਜਦੋਂ ਪਿੰਡ ਬੰਨਿਆ, ਜੇਕਰ ਉਹਨੇ ਜ਼ਮੀਨ ਨੂੰ ਤੋੜ ਕੇ ਸਾਰਾ ਉਹ ਕਰਕੇ ਪੱਧਰ ਕਰਕੇ ਜੰਗਲ ਤੋੜ ਕੇ ਤੇ ਜ਼ਮੀਨ ਨੂੰ ਕਿਰਾਏਦਾਰਾਂ ਨੂੰ ਦਿੱਤਾ, ਫਿਰ ਉਹ ਆਕੂਪੈਂਸੀ ਟੈਨੈਂਟ ਨਹੀਂ ਕਹਿਲਾਂਗੇ। ਅਦਰਵਾਈਜ਼ ਜੇ ਉਹਨਾਂ ਨੇ ਜ਼ਮੀਨ ਨੂੰ ਤੋੜ ਕੇ ਪੱਧਰ ਕਰਕੇ ਆਪ ਜ਼ਮੀਨ ਨੂੰ ਮਤਲਬ ਵਾਹੀਯੋਗ ਬਣਾਇਆ ਹੈਗਾ, ਤਾਂ ਉਹ ਟੈਨੈਂਸੀ ਦੀ ਜਿਹੜੀ ਆਕੂਪੈਂਸੀ ਟੈਨੈਂਟ ਦੀ ਜਿਹੜਾ ਬੈਨੀਫਿਟ ਲੈ ਸਕਦੇ ਨੇ। ਜੇਕਰ ਜ਼ਮੀਨ ਨੂੰ ਵਾਹੀਯੋਗ ਲੈਂਡਲॉर्ड ਨੇ ਬਣਾਇਆ ਫਿਰ ਉਹ ਇਸ ਦਾ ਬੈਨੀਫਿਟ ਨਹੀਂ ਲੈ ਸਕਦੇ। ਨੈਕਸਟ ਹੈ ਸਬਸੈਕਸ਼ਨ 2। if a tenant proves that he has continuously occupied land for 30 years, ਦੇਖੋ ਉੱਪਰ 20 ਈਅਰ ਦੀ ਗੱਲ ਕੀਤੀ ਸੀ, ਕਲੌਜ਼ ਏ ਦੇ ਵਿੱਚ ਵੀ 20 ਈਅਰ ਦੀ ਗੱਲ ਕੀਤੀ ਸੀ, ਕਲੌਜ਼ ਸੀ 'ਚ ਵੀ, ਕਲੌਜ਼ ਡੀ ਦੇ ਵਿੱਚ ਵੀ। ਇੱਥੇ ਸਬਸੈਕਸ਼ਨ 2 ਆ ਗਿਆ, ਤਾਂ ਸਬਸੈਕਸ਼ਨ 2 'ਚ 30 ਈਅਰ ਦੀ ਗੱਲ ਕਰਦੇ ਆ, ਇੱਥੇ ਜਨਰੇਸ਼ਨ ਦੀ ਗੱਲ ਨਹੀਂ ਹੈਗੀ, ਠੀਕ ਹੈ। ਵਿਦਆਊਟ ਜਨਰੇਸ਼ਨ, ਇੱਕ ਜਨਰੇਸ਼ਨ ਵੀ ਹੋਵੇ, 2 ਜਨਰੇਸ਼ਨ ਵੀ ਹੋਵੇ, ਚਾਹੇ ਸਿੰਗਲ ਜਨਰੇਸ਼ਨ ਤੋਂ ਵੀ ਲਗਾਤਾਰ if a tenant proves that he has continuously occupied land for 30 years and paid no rent, therefore ਕੋਈ ਰੈਂਟ ਨਹੀਂ ਅਦਾ ਕਰਦਾ, 30 ਸਾਲ ਤੋਂ ਲਗਾਤਾਰ ਕਬਜ਼ਾ ਹੈਗਾ, ਤਾਂ ਉਸ ਨੂੰ ਵੀ ਆਕੂਪੈਂਸੀ ਟੈਨੈਂਟ ਦੀ ਪਰਿਭਾਸ਼ਾ ਵਿੱਚ ਹੀ ਗਿਣਿਆ ਜਾਂਦਾ ਹੈ। ਮਤਲਬ ਕਿ ਸਬਸੈਕਸ਼ਨ 1 ਦੇ ਤਹਿਤ ਸਬ ਕਲਾਸ ਏ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈਗਾ। ਬੇਸ਼ੱਕ ਉਹਦੇ ਕੋਲ ਇੱਥੇ ਆਪਾਂ 2 ਜਨਰੇਸ਼ਨ ਦੀ ਜਿਹੜੀ ਕੰਡੀਸ਼ਨ ਹੈ ਉਹ ਬੇਸ਼ੱਕ ਫੁਲਫਿਲ ਨਾ ਕਰਦਾ ਹੋਵੇ,
ਪਰ 30 ਈਅਰ ਤੋਂ ਕਬਜ਼ਾ ਉਹਦਾ ਹੋਵੇ ਉਹਨੂੰ ਵੀ ਅਸੀਂ ਆਕੂਪੈਂਸੀ ਟੇਨੈਂਟ ਕਹਿੰਦੇ ਆ ਸਬਸੈਕਸ਼ਨ 1 ਤੇ ਕਲੌਜ਼ ਇਹਦੀ ਤਰ੍ਹਾਂ। Next is subsection 3, the words in that clause denoting natural relationship denotes ਇਹਦੇ ਵਿੱਚ ਇਹ ਕਿਹਾ ਗਿਆ ਵੀ ਜੇ ਕੋਈ ਲੜਕਾ ਜਦੋਂ ਅਸੀਂ ਜਨਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਜੇ ਵਿਚਕਾਰ ਕੋਈ ਜਨਰੇਸ਼ਨ ਦੀ ਗੱਲ ਕੀਤੀ ਗਈ ਹੈ, ਜਨਰੇਸ਼ਨ 'ਚ ਇੱਕ ਕੰਡੀਸ਼ਨ ਲਗਾਈ ਗਈ ਹੈ ਮੇਲ ਲਾਈਨ ਤੋਂ ਹੀ ਇਹ ਜਿਹੜੀ ਪੀੜ੍ਹੀ ਜੁੜਦੀ ਹੋਵੇ। ਜੇ ਵਿਚਕਾਰ ਕੋਈ ਫੀਮੇਲ ਦੇ ਰਾਹੀਂ ਮਾਲਕ ਬਣਦਾ ਹੈ ਜਾਂ ਕਾਸ਼ਤ ਕਰ ਰਿਹਾ ਹੈਗਾ ਤਾਂ ਉਹ ਨਹੀਂ ਗਿਣਿਆ ਜਾਂਦਾ। ਜੇ ਇੱਥੇ ਕੋਈ ਅਡਾਪਸ਼ਨ ਕੀਤੀ ਗਈ ਹੈ ਕਿਸੇ ਨੇ ਮੇਲ ਲਾਈਨ ਦੇ ਵਿੱਚ ਤਾਂ ਅਡਾਪਸ਼ਨ ਨੂੰ ਵੀ ਬਦਲ ਕੇ ਰਿਲੇਸ਼ਨਸ਼ਿਪ 'ਚ ਮਿਲਿਆ ਜਾਂਦਾ ਹੈ, ਐਜ਼ ਏ ਸਨ ਗਿਣਿਆ ਜਾਂਦਾ ਹੈ। ਨੈਕਸਟ ਅੱਗੇ ਜੀ ਸੈਕਸ਼ਨ 6 'ਚ ਕੀ ਹੈਗਾ, ਰਾਈਟ ਆਫ ਆਕੂਪੈਂਸੀ of other tenants recorded as having the right before passing Punjab Tenancy Act 1868। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇਸ ਟੈਨੈਂਸੀ ਐਕਟ 1887 ਤੋਂ ਪਹਿਲਾਂ ਜਿਹੜਾ ਐਕਟ ਸੀਗਾ ਉਹ ਵਜੂਦ ਸੀਗਾ, ਪੰਜਾਬ ਟੈਨੈਂਸੀ ਐਕਟ 1868। ਇਸ ਐਕਟ ਦੇ ਤਹਿਤ ਜਿਹੜੇ ਵੀ ਰਿਕਾਰਡ ਆਫ ਰਾਈਟ ਦੇ ਜਿਹੜਾ ਰਿਕਾਰਡ ਆਫ ਰਾਈਟ ਪਹਿਲਾਂ ਬਣਿਆ ਹੋਇਆ ਸੀਗਾ, ਇਸ ਐਕਟ ਦੇ ਤਹਿਤ ਜਿਹੜੇ ਮਾਲਕ ਜਮਾਉਂਦੀਆਂ ਦੇ ਵਿੱਚ ਆਕੂਪੈਂਸੀ ਟੈਨੈਂਟ ਲਿਖੇ ਗਏ ਸੀ, ਦਰਜ ਕੀਤੇ ਗਏ ਸੀਗੇ। ਟੈਨੈਂਟ ਰਿਕਾਰਡਡ ਇਨ ਦ ਰਿਕਾਰਡ ਆਫ ਰਾਈਟਸ ਸੈਂਕਸ਼ਨਡ ਬਾਈ ਦ ਸਟੇਟ ਗਵਰਨਮੈਂਟ ਬਿਫੋਰ ਦ 21st day ਅਕਤੂਬਰ 1868। ਡੇਟ ਫਿਕਸ ਕੀਤੀ ਹੈ 21/10/1868 ਦੀ ਡੇਟ ਫਿਕਸ ਕੀਤੀ ਗਈ ਹੈ। ਇਸ ਡੇਟ ਤੋਂ ਪਹਿਲਾਂ ਐਜ਼ ਏ ਟੈਨੈਂਟ ਹੈਵਿੰਗ ਰਾਈਟ ਆਫ ਆਕੂਪੈਂਸੀ ਜਿਹਨਾਂ ਨੂੰ ਜਮਾਉਂਦੀਆਂ ਦੇ ਵਿੱਚ ਆਕੂਪੈਂਸੀ ਟੈਨੈਂਟ ਦਰਜ ਕੀਤਾ ਗਿਆ ਉਹ ਆਕੂਪੈਂਸੀ ਟੈਨੈਂਟ ਹੀ ਕਹਿਲਾਣਗੇ, ਚਾਹੇ ਉਹ ਜਿਹੜਾ ਸੈਕਸ਼ਨ 5 ਦੀ ਪਰਿਭਾਸ਼ਾ ਵਿੱਚ ਨਾ ਦੇ ਹੋਣ। ਪਰ ਇਸ ਸੈਕਸ਼ਨ ਦੇ ਤਹਿਤ ਜਿਹੜਾ ਐਕਟ ਬਣਾਇਆ ਸੀ ਪਹਿਲਾਂ 1868 ਦਾ, ਉਹਦੇ ਤਹਿਤ ਉਹ ਜਮਾਉਂਦੀਆਂ ਵਿੱਚ ਦਰਜ ਕੀਤਾ ਹੋਵੇ ਐਜ਼ ਏ ਆਕੂਪੈਂਸੀ ਟੈਨੈਂਟ, ਉਹ ਆਕੂਪੈਂਸੀ ਟੈਨੈਂਟ ਅਦਰਵਾਈਜ਼ ਕਹਿਲਾਏਗਾ। ਤੇ ਫਿਰ ਇਹ ਸੈਕਸ਼ਨ 7 ਹੈਗਾ, ਇਹ ਵੀ ਇੰਪੋਰਟੈਂਟ ਹੈਗਾ, ਇਹ ਵੀ ਅਕਸਰ ਪੇਪਰ ਦੇ ਵਿੱਚ ਆਉਂਦਾ ਰਹਿੰਦਾ ਹੈ। ਰਾਈਟ ਆਫ ਆਕੂਪੈਂਸੀ ਇਨ ਲੈਂਡ ਟੇਕਨ ਇਨ ਐਕਸਚੇਂਜ। ਕਿ ਵੀ ਮਾਲਕ ਨੇ ਇੱਕ ਜ਼ਮੀਨ ਦੇਤੀ, 5 ਕਿੱਲੇ ਦੇਤੇ ਉਹਦੇ ਵਿੱਚ ਟੈਨੈਂਟ ਨੂੰ ਦੇਤੇ ਕਿਰਾਏ ਦੀ ਖਾਤਰ, ਠੀਕ ਹੈ। 5 ਕਿੱਲੇ ਲਗਾਤਾਰ ਵੱਧਦਾ ਆ ਰਿਹਾ ਹੈ ਟੈਨੈਂਸੀ, ਉਹਦੇ ਵਿੱਚੋਂ 1 ਕਿੱਲਾ ਲੈਂਡਲੋਰਡ ਨੇ ਤੇ ਟੈਨੈਂਟ ਨੇ ਆਪਸ ਵਿੱਚ ਤਬਾਦਲਾ ਕਰ ਲਿਆ, ਠੀਕ ਹੈ। ਅਸੀਂ ਉੱਥੇ ਇਹ ਨਹੀਂ ਕਹਾਂਗੇ ਵੀ ਇਹ ਜਿਹੜਾ 1 ਕਿੱਲਾ ਹੈਗਾ ਇਹ ਆਕੂਪੈਂਸੀ ਟੈਨੈਂਟ ਇਹਦਾ ਮਾਲਕ ਦਾ ਨਹੀਂ ਹੈ, ਤਾਂ ਇਹਨੇ ਹੁਣੀ 5 ਸਾਲ ਪਹਿਲਾਂ ਲਿਆ ਹੈਗਾ ਜਾਂ 4 ਸਾਲ ਪਹਿਲਾਂ ਲਿਆ, ਉਹ ਸ਼ਰਤਾਂ ਉਸ ਕਿੱਲੇ ਤੇ ਪੂਰੀਆਂ, ਮਤਲਬ ਆਪਾਂ ਕਹਾਂਗੇ ਵੀ ਇਹ ਕਿੱਲਾ ਜਿਹੜਾ ਉਹ ਪੂਰੀਆਂ ਸ਼ਰਤਾਂ ਨਹੀਂ ਕਰਦਾ ਹੈਗਾ ਆਕੂਪੈਂਸੀ ਟੈਨੈਂਟ ਤੇ ਜਿਹੜੀਆਂ ਸ਼ਰਤਾਂ ਜਾਂ 20 ਸਾਲ ਦੀ ਟਰਮ ਜਾਂ 30 ਸਾਲ ਦੀ ਟਰਮ ਹੈ ਉਹ ਪੂਰੀ ਨਹੀਂ ਕਰਦਾ ਹੈਗਾ। ਪਰ ਨਹੀਂ, ਇੱਥੇ ਕਿਹਾ ਗਿਆ ਵੀ ਜੇ ਤੁਸੀਂ ਕਿੱਲਾ ਜਾਂ 2 ਕਿੱਲੇ ਜ਼ਮੀਨ ਕੋਈ ਕੁਝ ਪਾਰਟ ਲੈਣ ਦਾ ਜਿਹੜਾ ਐਕਸਚੇਂਜ ਕਰ ਲਿਆ ਮਾਲਕ ਦੇ ਨਾਲ, ਤਾਂ ਉਹ ਜਿਹੜਾ ਬਦਲਿਆ ਹੈ ਪਾਰਟ ਹੈ ਦੈਟ ਇਜ਼ ਆਲਸੋ ਉਸੇ ਪਰਿਭਾਸ਼ਾ 'ਚ ਆਏਗਾ ਜਿਹੜੀ ਪਰਿਭਾਸ਼ਾ 'ਚ ਉਹ ਪਹਿਲਾਂ ਕਿੱਲਾ ਆਉਂਦਾ ਸੀ ਜਿਹੜਾ ਤੁਹਾਡੇ ਪਹਿਲਾਂ ਕਬਜ਼ੇ ਵਿੱਚ ਸੀਗਾ, ਉਸ ਨੂੰ ਵੀ ਉਸੇ ਪਰਿਭਾਸ਼ਾ 'ਚ ਗਿਣਿਆ ਜਾਏਗਾ, ਜਾਣੀ ਕਿ ਉਹ ਵੀ ਆਕੂਪੈਂਸੀ ਜਿਹੜਾ ਟੈਨੈਂਟ ਦੀ ਪਰਿਭਾਸ਼ਾ 'ਚ ਹੀ ਆਏਗਾ, ਉਹ ਕਿੱਲਾ ਬਦਲੀ ਕਰ ਲਏਗਾ। ਨੈਕਸਟ ਹੈ ਸੈਕਸ਼ਨ 8, establishment of right of occupancy on the ground other than those expressly stated in the act। ਇਸ ਐਕਟ ਤੋਂ ਇਲਾਵਾ ਜੇ ਕੋਈ ਹੋਰ ਵੀ ਕੋਈ ਜਿਹੜਾ ਰੀਜ਼ਨ ਹੈਗਾ, ਕੋਈ ਰਾਈਟ ਆਫ ਆਕੂਪੈਂਸੀ ਕੋਈ ਕੋਰਟ ਕਿਸੇ ਨੂੰ ਅਨਾਉਂਸ ਕਰਦੀ ਹੈ, nothing in the following sections of this chapter shall preclude, ਜਿਹੜੀਆਂ ਉਪਰਲੀਆਂ ਸੈਕਸ਼ਨਸ ਹੈਗੀਆਂ ਨੇ, ਯਾਨੀ ਕਿ 5 ਸੈਕਸ਼ਨ 6 ਸੈਕਸ਼ਨ 7 ਸੈਕਸ਼ਨ, ਉਹ ਪ੍ਰੀਕਲੂਡ ਨਹੀਂ ਕਰਦੀਆਂ, ਰੁਕਦੀਆਂ ਨਹੀਂ ਹੈਗੀਆਂ ਵੀ ਜੇ ਕਿਸੇ ਹੋਰ ਕਾਰਨ ਕਰਕੇ ਕੋਈ ਬੰਦਾ ਕੋਈ ਵਿਅਕਤੀ ਜਿਹੜਾ ਕੋਈ ਹੈਗਾ ਉਹ ਆਕੂਪੈਂਸੀ ਰਾਈਟਸ ਦੀਆਂ ਉਹਨੂੰ ਮਿਲਦੇ ਹੈਗੇ ਨੇ, ਤਾਂ ਉਹਦਾ ਉਪਰਲੀਆਂ ਸੈਕਸ਼ਨਾਂ ਦਾ ਉਹਦੇ ਕੋਈ ਇਫੈਕਟ ਨਹੀਂ ਹੋ ਸਕਦਾ। Then section 9 ਹੈਗਾ ਜੀ, a right of occupancy not to be acquired by mere lapse of time। ਕਈ ਵਾਰੀ ਕੀ ਹੁੰਦਾ ਹੈ ਵੀ ਕਿਰਾਏਦਾਰ ਨੇ ਕਿਰਾਇਆ ਅਦਾ ਕਰਨਾ ਹੁੰਦਾ ਹੈ, ਲੈਂਡਲੋਰਡ ਨੇ ਕਿਰਾਇਆ ਲੈਣਾ ਹੁੰਦਾ ਹੈ, ਕਿਰਾਏਦਾਰ ਨੇ ਕਿਰਾਇਆ ਅਦਾ ਕਰਨਾ ਹੁੰਦਾ ਹੈ, ਕਿਸੇ ਕਾਰਨ ਕਰਕੇ ਉਹ ਕਿਰਾਇਆ ਜਿਹੜਾ ਹੈਗਾ ਸਮੇਂ ਤੇ ਨਹੀਂ ਪੇ ਕੀਤਾ ਗਿਆ, ਤਾਂ ਉੱਥੇ ਜਿਹੜਾ ਟੈਨੈਂਟ ਹੈ ਇਹ ਨਹੀਂ ਕਹਿ ਸਕਦਾ ਮੈਂ ਤਾਂ ਆਕੂਪੈਂਸੀ ਟੈਨੈਂਟ ਬਣ ਗਿਆ। mere the lapse of time ਲੈਪਸ ਹੋ ਗਿਆ, ਕਿਰਾਇਆ ਦਿੱਤਾ ਨਹੀਂ ਗਿਆ ਜਾਂ ਕਿਰਾਇਆ ਲੈ ਨਹੀਂ ਪਾਇਆ ਜਾਂ ਮਾਲਕ ਨਹੀਂ ਰਹਿੰਦਾ ਸੀਗਾ, ਕਿਸੇ ਕਾਰਨ ਕਰਕੇ ਕਿਰਾਇਆ ਦੇਣ ਦਾ ਜਿਹੜਾ ਟਾਈਮ ਹੈ ਉਹ ਲੈਪਸ ਹੋ ਚੁੱਕਿਆ ਹੈ, ਤਾਂ ਇਹਦਾ ਬੈਨੀਫਿਟ ਲੈ ਕੇ ਕੋਈ ਇਹ ਜਿਹੜਾ ਟੈਨੈਂਟ ਹੈ ਉਹ ਇਹ ਨਹੀਂ ਕਹਿ ਸਕਦਾ ਮੈਂ ਤਾਂ ਇਹ ਆਕੂਪੈਂਸੀ ਟੈਨੈਂਟ ਬਣ ਗਿਆ।
नो टेनेंट शैल एक्वायर ए राइट ऑफ ऑक्यूपेंसी बाय mere lapse of time। सिंपल जी गल हैगी है। नेक्स्ट है सेक्शन 10, राइट ऑफ ऑक्यूपेंसी नॉट टू बी एक्वायर्ड बाय जॉइंट ओनर इन द लैंड हेल्ड इन जॉइंट ओनरशिप। ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਤੇ ਅੱਜ ਵੀ ਕੇਸ ਚੱਲਦੇ ਆ ਸਾਡੇ ਕੋਰਟਾਂ ਦੇ ਵਿੱਚ ਇਸ ਸੈਕਸ਼ਨ ਦੇ ਬੇਸ ਤੇ। ਕੀ ਹੁੰਦਾ ਮੈਂ ਜਨਰਲੀ ਸਿੰਪਲ ਸਮਝਾਉਣਾ ਤਾਂ ਤੁਹਾਨੂੰ ਜਲਦੀ ਸਮਝ ਆਏਗਾ, ਇਹਦੇ ਤੇ ਇੰਨਾ ਚੰਗੀ ਤਰ੍ਹਾਂ ਨਹੀਂ ਸਮਝ ਆਉਂਦਾ। ਹੁਣ ਦੇਖੋ 2-3 ਪਰਿਵਾਰ ਦੇ ਮੈਂਬਰ ਹੈਗੇ ਆ। ਇੱਕ ਪਰਿਵਾਰ ਦਾ ਮੈਂਬਰ ਅੱਗੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਹੈ, ਠੀਕ ਹੈ, ਬਾਕੀ ਪਿੰਡ 'ਚ ਖੇਤੀ ਕਰਦੇ ਆ, ਜਾਂ ਚਾਚੇ ਤਾਏ ਦੇ ਮੁੰਡੇ ਆ ਉਹ ਪਿੰਡ 'ਚ ਖੇਤੀ ਕਰਦੇ ਆ। ਇੱਕ ਜਿਹੜਾ ਮਾਲਕ ਹੈ ਪਿੰਡ ਦਾ ਉਹ ਇਕੱਲੇ ਹੀ ਭਰਾ ਹੈਗਾ, ਉਹ ਅੱਗੇ ਖੇਤ ਸ਼ਹਿਰ 'ਚ ਆਪਣੀ ਨੌਕਰੀ ਕਰਦਾ ਜਾਂ ਕੋਈ ਕਾਰੋਬਾਰ ਕਰਦਾ ਹੈਗਾ, ਜਿਹੜੇ ਚਾਚੇ ਤਾਏ ਉਹ ਜ਼ਮੀਨ ਨੂੰ ਬੰਨ੍ਹਦੇ ਆ। ਖੇਵਟ ਇੱਕ ਹੈ, ਜੁਆਇੰਟ ਖੇਵਟ ਹੈਗੀ ਹੈ, ਠੀਕ ਹੈ। ਤਾਂ ਅਸੀਂ ਕਹਿੰਦੇ ਐਡਵਰਸ ਪੋਜੀਸ਼ਨ ਦੀ ਗੱਲ ਕਰਦੀ ਆਪਾਂ ਪਹਿਲਾਂ, ਥੋੜਾ ਜਿਹਾ ਤੁਹਾਨੂੰ ਜਲਦੀ ਸਮਝ ਆਏਗੀ। ਜਿਹੜਾ ਐਡਵਰਸ ਪੋਜੀਸ਼ਨ ਹੈ, ਕੋਈ ਵਿਅਕਤੀ ਕਿਸੇ ਜ਼ਮੀਨ ਨੂੰ ਲਗਾਤਾਰ ਵਾਹ ਰਿਹਾ ਹੈਗਾ, ਨਾ ਕਿਰਾਇਆ ਦਾ ਕਰਦਾ ਨਾ ਉਸਨੂੰ ਕੋਈ ਉਹ ਰੈਂਟ ਦਿੰਦਾ, ਤੇ ਐਡਵਰਸ ਪੋਜੀਸ਼ਨ ਦਾ ਜਿਹੜਾ ਦਾਅਵਾ ਦਾਇਰ ਕਰਕੇ ਉਹ ਕਹਿੰਦਾ ਮੈਂ ਤਾਂ ਮਾਲਕਾਂ ਜੀ, ਇਹ ਤਾਂ ਉਰੇ ਕਿਤੇ ਮਾਲਕ ਹੀ ਨਹੀਂ ਆਇਆ ਹੈਗਾ, ਮੈਂ ਤਾਂ ਲਗਾਤਾਰ ਇਸ ਨੂੰ ਬੰਦ ਆ ਰਿਹਾ, ਮੈਨੂੰ ਐਡਵਰਸ ਪੋਜੀਸ਼ਨ ਦਾ ਬੈਨੀਫਿਟ ਦਿਓ, ਮੈਨੂੰ ਮਾਲਕ ਬਣਾਓ। ਕੋਰਟ ਦੇ ਸਿਵਲ ਕੋਰਟ ਜਾਂਦਾ ਹੈ, ਠੀਕ ਹੈ। ਇਸੇ ਤਰੀਕੇ ਇੱਥੇ ਕਿਹਾ ਗਿਆ ਹੈਗਾ ਵੀ ਜੇ ਕੋਈ ਜੁਆਇੰਟ ਪ੍ਰਾਪਰਟੀ ਹੈ, ਜੁਆਇੰਟ ਓਨਰ ਆਫ ਲੈਂਡ ਹੈਗੇ ਆ, ਉਹਨਾਂ ਚੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਕਿਤੇ ਬਾਹਰ ਰਹਿੰਦਾ ਹੈ, ਇੱਧਰ ਉੱਧਰ ਰਹਿੰਦਾ, ਕਿਤੇ ਹੋਰ ਰਹਿੰਦਾ, ਤਾਂ ਜਿਹੜੇ ਜੁਆਇੰਟ ਓਨਰ ਨੇ ਉਹਨਾਂ ਚੋਂ ਇੱਕ ਜਿਹੜਾ ਪਾਰਟਨਰ ਹੈਗਾ ਉਹ ਜ਼ਮੀਨ ਨੂੰ ਬਾਹਰ ਹੈ, ਜ਼ਮੀਨ ਨੂੰ ਬਾਹਰ ਵੀ ਰਿਹਾ, ਕਿਰਾਇਆ ਵੀ ਦੇ ਰਿਹਾ, ਕਈ ਵਾਰੀ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਪਿੰਡਾਂ 'ਚ ਜਿਹੜੇ ਭੈਣਾਂ ਭਰਾਵਾਂ ਤੋਂ ਵਾਲਾ ਕਿਰਾਇਆ ਕਈ ਵਾਰੀ ਮੰਗਦਾ ਵੀ ਨਹੀਂ ਹੈਗਾ, ਲੈਂਦਾ ਵੀ ਨਹੀਂ ਹੈਗਾ, ਠੀਕ ਹੈ, ਆਪਣਾ ਸ਼ੇਅਰ ਵੀ ਨਹੀਂ ਲੈਂਦਾ ਕਿਤੇ। ਇਸ ਕਰਕੇ ਉਹ ਕਹਿੰਦਾ ਵੀ ਜਿਹੜਾ ਜੁਆਇੰਟ ਓਨਰ ਹੈਗਾ ਉਹ ਇਸ ਗੱਲ ਦਾ ਬੈਨੀਫਿਟ ਨਹੀਂ ਲੈ ਸਕਦਾ, ਰਾਈਟ ਆਫ ਆਕੂਪੈਂਸੀ ਉਸਨੂੰ ਨਹੀਂ ਮਿਲ ਸਕਦੇ। ਥਰਡ ਪਾਰਟੀ ਹੀ ਕੋਈ ਹੋ ਸਕਦਾ ਹੈ। ਜੇ ਕਿਸੇ ਥਰਡ ਪਾਰਟੀ ਨੂੰ ਮਾਲਕ ਨੇ ਕਿਰਾਏ ਤੇ ਜ਼ਮੀਨ ਦਿੱਤੀ ਸੀ, ਉਹ ਵਾਂਦਾ ਇੰਨੇ ਲੰਮੇ ਸਮੇਂ ਤੋਂ ਵਾਹ ਰਿਹਾ ਹੈਗਾ, ਉਹ ਕਿਰਾਇਆ ਵੀ ਦੇਣਾ ਬੰਦ ਹੋ ਗਿਆ, ਉਹ ਉੱਪਰਲੀਆਂ ਸ਼ਰਤਾਂ 5, 6, 7, 8, 9 ਜਿਹੜੇ ਸੈਕਸ਼ਨਸ ਨੇ ਉਹਨਾਂ 'ਚੋਂ ਕੋਈ ਵੀ ਸੈਕਸ਼ਨ ਲਾਗੂ ਹੁੰਦੀ ਹੈ ਉਹਦੇ ਤੇ, ਤਾਂ ਹੀ ਉਹ ਰਾਈਟ ਆਫ ਆਕੂਪੈਂਸੀ ਲੈ ਸਕਦਾ। ਪਰ ਸੈਕਸ਼ਨ 10 ਦੇ ਵਿੱਚ ਆ ਕੇ ਕਲੀਅਰ ਕਰਤਾ ਵੀ ਕੋਈ ਜੌਇੰਟ ਖੇਵਟ ਦੇ ਵਿੱਚ, ਸਾਂਝੀ ਖੇਵਟ ਦੇ ਵਿੱਚ ਕੋਈ ਮਾਲਕ, ਕੋਈ ਹਿੱਸੇਦਾਰ ਉਹ ਜ਼ਮੀਨ ਨੂੰ ਬਾਹਰ ਰਿਹਾ ਹੈਗਾ, ਹਿੱਸੇਦਾਰ ਕਿਤੇ ਇੱਧਰ ਉੱਧਰ ਰਹਿ ਰਿਹਾ ਹੈਗਾ, ਰਾਈਟ ਆਫ ਆਕੂਪੈਂਸੀ ਜਿਹੜਾ ਹੈਗਾ ਉਹ ਨਹੀਂ ਲੈ ਸਕਦਾ ਜੁਆਇੰਟ ਓਨਰ ਜੇ ਜ਼ਮੀਨ ਨੂੰ ਬਾਹਰ ਹੈ ਕਿਸੇ ਮਾਲਕ ਦੀ। ਪਹਿਲਾਂ ਤਾਂ ਇਹ ਦੱਸੋ ਵੀ ਮੇਰਾ ਜੋ ਪੜ੍ਹਾ ਰਿਹਾ ਸਮਝ ਆ ਰਿਹਾ ਸਾਰਿਆਂ ਨੂੰ ਜਾਂ ਨਹੀਂ, ਕੋਈ ਕਨਫਿਊਜ਼ਨ ਤਾਂ ਨਹੀਂ ਹੈ? ਹਾਂਜੀ ਸਰ, ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਸਰ, ਠੀਕ ਹੈ ਜੀ। ਓਕੇ ਕਿਸ ਦਾ ਕੋਈ ਕੁਐਸਚਨ ਹੈ ਜੀ? ਮੈਂ ਇਹ ਪੈਰਲਲ ਸਬਜੈਕਟ ਸਾਰੇ ਸ਼ੁਰੂ ਤਾਂ ਕੀਤੇ ਹੈਗੇ ਆ ਤਾਂ ਕਿ ਇਹ ਹੈ ਵੀ ਕੋਈ ਸਬਜੈਕਟ ਪਿੱਛੇ ਨਾ ਰਹਿ ਜਾਏ ਇਕੱਲਾ। ਕਈ ਵਾਰੀ ਪਿਛਲੀ ਵਾਰੀ ਸੈਸ਼ਨ 'ਚ ਕੀ ਹੋਇਆ ਸੀਗਾ, ਉਦੋਂ ਸਾਡੇ ਜਿਹੜੇ 5 ਸਬਜੈਕਟ ਨੰਬਰ ਪੇਪਰ ਨੰਬਰ 5 ਤੇ ਪੇਪਰ ਨੰਬਰ 6 ਉਹ ਅਸੀਂ ਲਾਸਟ 'ਚ ਕੀਤੇ ਆ ਕਿ ਉਹ ਸਾਨੂੰ ਬਹੁਤ ਜਲਦੀ ਕਰਨੇ ਪਏ ਹੈਗੇ, ਤਾਂ ਕਿ ਮੂਹਲੇ ਪੇਪਰਾਂ ਤੇ ਫਿਰ ਜ਼ਿਆਦਾ ਸਮਾਂ ਲੱਗ ਗਿਆ। ਇਸ ਕਰਕੇ ਜਦੋਂ ਸਾਰੇ ਪੇਪਰ ਪੈਰਲਲ ਚੱਲਦੇ ਨੇ ਤਾਂ ਫਿਰ ਸਾਰਿਆਂ ਦੀ ਸਪੀਡ ਬਰਾਬਰ ਦੀ ਰਹਿੰਦੀ ਹੈਗੀ ਹੈ। ਇਸ ਕਰਕੇ ਕਈਆਂ ਦੇ ਇਹ ਵੀ ਹੈ ਨਾਲ, ਕਈਆਂ ਦਾ ਪੇਪਰ ਹੀ 5 ਰਹਿੰਦਾ ਹੋਵੇ, 6 ਰਹਿੰਦਾ ਹੋਵੇ, ਤੇ ਫਿਰ ਉਹ ਲਗਾਤਾਰ ਜੇ ਅਸੀਂ ਪਹਿਲਾ ਪੇਪਰ 1, 2, 3 ਕਰਦੇ ਰਹਾਂਗੇ ਤਾਂ ਫਿਰ ਉਹ ਲਗਾਤਾਰ 1 ਮਹੀਨਾ ਵੇਟ ਕਰਦਾ ਰਹੇਗਾ, ਠੀਕ ਹੈ ਜੀ। ਇਸ ਕਰਕੇ ਸਾਰਿਆਂ ਨੂੰ ਸਮਾਂ ਬਰਾਬਰ ਦੇਣ ਦੀ ਖਾਤਰ ਅਸੀਂ ਮੈਂ ਇਹ ਜਿਹੜਾ ਕਲਾਸ ਸ਼ਡਿਊਲ ਬਣਾਇਆ ਹੈਗਾ। ਜੇ ਕੋਈ ਤੁਹਾਨੂੰ ਕੋਈ ਲੱਗਦਾ ਇਹਦੇ 'ਚ ਕੋਈ ਡੈਫੀਸ਼ੀਐਂਸੀ ਲੱਗਦੀ ਹੈ ਤਾਂ ਤੁਸੀਂ ਕੋਈ ਕਮੈਂਟ ਵੀ ਕਰ ਸਕਦੇ ਹੋ, ਠੀਕ ਹੈ ਜੀ। ਕੋਈ ਕੁਐਸਚਨ ਸੀਗਾ? ਹਾਂਜੀ ਸਰ, ਜਿਵੇਂ ਅਸੀਂ ਗੱਲ ਕਰੀ ਸੈਕਸ਼ਨ 9 ਦੇ ਵਿੱਚ ਕਿ ਆਕੂਪੈਂਸੀ ਦੇ ਰਾਈਟ ਜਦੋਂ ਬੰਦਾ ਆਪਣਾ ਰੈਂਟ ਨਹੀਂ ਪੇ ਕਰਦਾ ਤਾਂ ਹੋ ਰਿਹਾ ਹੈ ਸੈਕਸ਼ਨ 9 ਦੇ ਵਿੱਚ। ਹਾਂਜੀ 9 9 ਸੈਕਸ਼ਨ 9, ਹਾਂਜੀ। right of occupancy not to be acquired by mere lapse of time। ਹਾਂ, ਇਹ ਤਾਂ ਸਿੰਪਲ ਜਿਹਾ ਹੈ ਵੀ ਕੋਈ ਕਿਰਾਏ ਦਾ ਕਿਸੇ ਦਾ ਲੇਟ ਹੋ ਗਿਆ, ਕਿਰਾਇਆ ਲੇਟ ਹੋਣ ਦੀ ਖਾਤਰ, ਕਿਰਾਇਆ ਲੇਟ ਹੋਣ ਦੇ ਨਾਲ ਹੀ ਕੋਈ ਆਕੂਪੈਂਸੀ ਟੈਨੈਂਟਸ ਦੇ ਬੈਨੀਫਿਟ ਨਹੀਂ ਲੈ ਸਕਦਾ। ਕਿਰਾਇਆ ਉਹ ਤਾਂ ਕਿਰਾਇਆ ਅਦਾ ਕਰ ਰਿਹਾ ਹੈ। ਹਾਂਜੀ ਸਰ, ਜਿਹੜਾ ਕੁਐਸਚਨ ਸੀਗਾ ਸਰ, ਆਕੂਪੈਂਸੀ ਟੈਨੈਂਟ ਸੰਦੀਪ ਸ਼ਰਮਾ ਜੀ ਬੋਲ ਰਹੇ ਹੋ? ਨਹੀਂ ਸਰ, ਗੌਤਮ ਗੱਲ ਕਰ ਰਹੇ ਹੈ ਜੀ, ਗੌਤਮ ਗੱਲ ਕਰ ਰਹੇ ਜੀ। ਗੌਤਮ? ਹਾਂ ਗੌਤਮ ਦੱਸੋ। कंफ्यूजन ये हो गई थी सर, जिसमें लिखा है कि अबाउट 20 इयर्स हो गए उन्होंने कास्ट करते हुए, या मिनिमम 2 जनरेशन तो करता आ रहा है। थोड़ा ऊंची बोलो, थोड़ा ऊंची। जो रेंट पे नहीं करता सर, या मिनिमम 2 जनरेशन तो कास्ट कर रहा है, हाँ, अबाउट 20 इयर्स हो गए हों, हाँ, उनको ऑक्यूपेंसी टेनेंट कहते हैं। ਕਿਹੜੇ ਸੈਕਸ਼ਨ ਨੂੰ ਪੜ੍ਹ ਰਹੇ ਹੋ ਤੁਸੀਂ? ਸਰ ਪਹਿਲਾਂ ਆਪਾਂ ਸਟਾਰਟਿੰਗ ਚ ਚੈਪਟਰ 2 ਦਾ ਸਟਾਰਟ ਕੀਤਾ। ਹਾਂ, 2 ਜਨਰੇਸ਼ਨ ਤੋਂ। ਹਾਂ,
टू जनरेशन तो कास्ट ਸੈਕਸ਼ਨ 9 ਦੇ ਵਿੱਚ ਕੀ ਡਿਫਰੈਂਸ ਹੈਗਾ ਸਰ? ਸੈਕਸ਼ਨ 9 ਚ ਕੀ ਡਿਫਰੈਂਸ ਹੈ? ਹਾਂਜੀ ਸੈਕਸ਼ਨ 9 ਚ ਡਿਫਰੈਂਸ ਇਹ ਹੈ ਵੀ ਬੰਦਾ ਕਿਰਾਇਆ ਤਾਂ ਦੇ ਰਿਹਾ ਹੈ, ਉੱਥੇ ਕਿਰਾਇਆ ਨਹੀਂ ਦੇ ਰਿਹਾ। ਉੱਥੇ ਕਿਰਾਇਆ ਨਹੀਂ ਦੇ ਰਿਹਾ, ਸੈਕਸ਼ਨ 5 ਚ ਕਿਰਾਇਆ ਨਹੀਂ ਕੋਈ ਦੇ ਰਿਹਾ ਉਹ, ਠੀਕ ਹੈ ਇੱਥੇ ਕਿਰਾਇਆ ਦੇ ਰਿਹਾ ਪਰ ਕਿਰਾਇਆ ਉਹਦਾ ਲੇਟ ਹੋ ਗਿਆ, ਰਾਈਟ ਕਿਰਾਇਆ ਲੇਟ ਹੋ ਗਿਆ। ਜੇ ਕਿਰਾਇਆ ਲੇਟ ਹੋਣ ਦੇ ਨਾਲ ਉਹ ਆਕੂਪੈਂਸੀ ਟੈਨੈਂਸੀ ਦੇ ਬੈਨੀਫਿਟ ਨਹੀਂ ਲੈ ਸਕਦਾ ਵੀ ਮੈਂ ਆਕੂਪੈਂਸੀ ਟੈਨੈਂਟ ਬਣ ਗਿਆ। ਠੀਕ ਹੈ, ਲਗਾਤਾਰ ਉਹ ਹੈਗਾ 2 ਜਨਰੇਸ਼ਨ ਤੋਂ ਲਗਾਤਾਰ ਕਾਸ਼ਤ ਕਰਦਾ ਆ ਰਿਹਾ ਹੋਵੇ ਕੰਟੀਨਿਊਸਲੀ ਵਿਦਆਊਟ ਐਨੀ ਕਿਸੇ ਵਿਚਕਾਰ ਇਹ ਨਾ ਹੋਵੇ ਵਿਚਕਾਰ ਕੋਈ ਹੋਰ ਆ ਜਾਵੇ। ਮੇਨ ਲਾਈਨ ਤੋਂ ਲਗਾਤਾਰ ਕਬਜ਼ਾ ਚੱਲਿਆ ਆ ਰਿਹਾ, ਮੇਨ ਲਾਈਨ ਤੋਂ ਮਤਲਬ ਕਿ ਬਾਬਿਆਂ ਤੋਂ ਦਾਦਿਆਂ ਤੋਂ ਚਾਚੇ ਦਾਦਾ ਬਾਬਾ ਹੋਵੇ ਚਾਹੇ ਮਤਲਬ ਕਿ ਬਾਬਾ ਚਾਚਾ ਕਹਿ ਲਈਏ ਆਪਾਂ, ਬਾਬਾ ਤਾਇਆ ਕਹਿ ਲਈਏ, ਉੱਥੋਂ ਚੱਲਦਾ ਆ ਰਹੇ ਹੋਵੇ ਕਾਸ਼ਤ ਲਗਾਤਾਰ, ਘੱਟੋ ਘੱਟ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਤੇ ਰੈਂਟ ਅਦਾ ਨਾ ਕਰਦਾ ਹੋਵੇ, ਉਹ ਆਕੂਪੈਂਸੀ ਰੈਂਟ ਕਹਿੰਦਾ ਹੈ। ਇੱਥੇ ਤਾਂ ਰੈਂਟ ਬੰਦਾ ਅਦਾ ਕਰ ਰਿਹਾ ਹੈ, ਇੱਥੇ ਉਹਦੀ ਕੋਈ 20 ਸਾਲ ਦੀ ਕੋਈ ਮਿਆਦ ਨਹੀਂ ਵੀ ਕਿੰਨੇ ਸਮੇਂ ਤੋਂ। ਨੋ ਟੈਨੈਂਟ ਸ਼ੈਲ ਐਕਵਾਇਰ ਏ ਰਾਈਟ ਆਫ ਆਕੂਪੈਂਸੀ ਬਾਈ ਮੀਅਰ ਲੈਪਸ ਆਫ ਟਾਈਮ। ਇਹ ਤੇ ਸਿੰਪਲ ਜੀ ਕਿਤੇ ਮਤਲਬ ਕਿ ਉਸ ਨੂੰ ਖਤਮ ਕਰਨ ਦੀ ਖਾਤਰ ਕੋਈ ਕਨਫਿਊਜ਼ਨ ਨਾ ਹੋਵੇ ਵੀ ਕਿਰਾਇਆ ਦੇਣ ਤੋਂ ਕਿਰਾਇਆ ਦਿੰਦਾ ਆ ਰਿਹਾ ਕਿਤੇ ਕਿਰਾਇਆ ਲੇਟ ਹੋ ਗਿਆ ਹੈ ਜੀ, ਕਿਰਾਇਆ ਲੇਟ ਹੋਣ ਦੀ ਖਾਤਰ ਹੀ ਉਹ ਇਸ ਦੇ ਬੈਨੀਫਿਟ ਨਹੀਂ ਲੈ ਸਕਦਾ। ਓਕੇ ਸਰ, ਥੈਂਕ ਯੂ ਸਰ। ਠੀਕ ਹੈ ਜੀ, ਕੋਈ ਹੋਰ ਕਿਸ ਤਰ੍ਹਾਂ ਕੋਈ? ਹਾਂਜੀ ਸਰ ਇੱਕ ਜਾਣਕਾਰੀ ਲੈਣੀ ਸੀ। ਹਾਂਜੀ ਹਾਂ ਕੱਲ ਆਪਾਂ ਲੈਂਡ ਰੈਵਨਿਊ ਐਕਟ ਪੜਿਆ ਸੀਗਾ, ਉਹਦੇ ਵਿੱਚ ਆਪਾਂ ਪੜ੍ਹੇ ਸੀ ਰਿਵੀਜ਼ਨ ਦੇ ਅਪੀਲ ਦਾ ਟਾਈਮ, ਰਿਵੀਜ਼ਨ ਔਰ ਅਪੀਲ ਦਾ ਟਾਈਮ ਪੜਿਆ ਸੀ। ਤਹਿਸੀਲਦਾਰ ਦੇ ਕੋਰਟ ਤੋਂ ਉੱਪਰ ਜਾਂਦੇ ਆ 30 ਦਿਨ ਦਾ ਗਿਣਿਆ ਸੀ, ਉਸ ਤੋਂ ਉੱਪਰ ਜਾਂਦੇ ਆ 90 ਦਿਨ ਦਾ ਗਿਣਿਆ ਸੀ। 60 ਦਿਨ ਦਾ ਫਿਰ 90 ਦਾ। ਹਾਂਜੀ 30 60 90 ਦੇ ਕੇਸ ਆ ਸਰ, ਜਿਹੜੇ ਤਹਿਸੀਲ ਦੇ ਕੇਸ ਆ ਉਹਨਾਂ ਦੀ ਟਾਈਮ ਉਹਦੇ ਵਿੱਚ ਅਮੈਂਡਮੈਂਟ ਆਈ ਹੈ, ਉਹਦੇ ਵਿੱਚ ਅਮੈਂਡਮੈਂਟ ਆਈ ਹੈ, ਉਹ ਚ ਅਮੈਂਡਮੈਂਟ ਹੈ। ਉਹ ਆਪਾਂ ਪਾਰਟੀਸ਼ਨ ਦਾ ਕੇਸ ਪੜਾਂਗੇ, ਮੈਂ ਤੁਹਾਨੂੰ ਉੱਥੇ ਦੱਸਾਂਗਾ। ਮੈਂ ਤੁਹਾਨੂੰ ਕਨਫਿਊਜ਼ ਨਹੀਂ ਕੀਤਾ ਜਾਣ ਕੇ ਉਹਦੇ ਵਿੱਚ ਵੀ ਉਹ ਸਿੰਪਲ ਜਿਹਾ ਹੈਗਾ ਤੁਹਾਡਾ 30 60 90 ਡੇਜ਼ ਦਾ ਹੈਗਾ, ਉਹ ਸਿੰਪਲ ਜਨਰਲ ਜਿਹੜਾ ਹੈਗਾ ਟਰਮ ਪੀਰੀਅਡ ਹੈਗਾ 30 60 90। ਪਰ ਜਿਹੜਾ ਹੈਗਾ ਸਾਡਾ ਪਾਰਟੀਸ਼ਨ ਦੇ ਕੇਸ ਦੇ ਵਿੱਚ ਉਹਦੇ ਵਿੱਚ ਅਮੈਂਡਮੈਂਟ ਆਈ ਹੈ, ਮੈਂ ਉਸ ਨੂੰ ਅਮੈਂਡਮੈਂਟ ਪੜਾਵਾਂਗਾ। ਉਹ ਜਦੋਂ ਆਪਾਂ ਪਾਰਟੀਸ਼ਨ ਦਾ ਪੜਾਂਗੇ ਉੱਥੇ ਪੜਾਂਗੇ ਤਾਂ ਕਿ ਤੁਹਾਨੂੰ ਜਾਣਬੁੱਝ ਕੇ ਇਹਦੇ ਵਿੱਚ ਮੈਂ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਸੀ, ਤਾਂ ਕਿ ਫਿਰ ਉਹ ਆਪਸੀ ਤੁਹਾਡਾ ਪਤਾ ਨਹੀਂ ਚੱਲਦਾ ਹੈਗਾ ਵੀ ਕੀ ਕਹਿ ਰਹੇ ਕੀ ਨਹੀਂ ਕਰ ਰਹੇ। ਥੈਂਕ ਯੂ ਸਰ, ਥੈਂਕ ਹਾਂ ਯੂ। ਹਾਂ ਇੱਕ ਹੋਰ ਸੀਗਾ ਇਹਦੇ ਜੀ ਕਿ ਕਮਿਸ਼ਨ ਦਾ ਆਰਡਰ ਆਇਆ ਆਪਣੇ ਕੋਲ ਤਹਿਸੀਲ ਦਾ, ਉਹਦੀ ਅਪੀਲ ਦਾਇਰ ਹੋ ਗਈ ਆ FCR ਤੇ। ਆਪਾਂ ਸਟੇ ਨਾਲ ਰੋਕਾਂਗੇ ਬਰੰਟ ਕਬਜ਼ਾ ਜਾਂ ਅਪੀਲ ਨਾਲ ਵੀ ਰੁਕ ਜਾਏਗਾ ਜੀ? ਬਰੰਟ ਪੋਜੀਸ਼ਨ ਜਾਰੀ ਹੋ ਗਿਆ ਜੀ ਅੱਗੇ ਅਪੀਲ ਫਾਈਲ ਹੋ ਗਈ ਜੀ ਨਹੀਂ, ਆਪਾਂ ਤਾਂ ਜੇ ਸਟੇ ਹੋਏਗੀ ਤਾਂ ਹੀ ਬਰੰਟ ਕਬਜ਼ਾ ਰੋਕ ਸਕਦੇ ਹਾਂ, ਕੱਲੀ ਅਪੀਲ ਦੇ ਨਾਲ ਨਹੀਂ ਬਰੰਟ ਕਬਜ਼ਾ ਰੁਕਦਾ। ਅਪੀਲ ਨਾਲ ਨਹੀਂ ਰੁਕਦਾ, ਠੀਕ ਹੈ ਜੀ। ਸਟੇ ਹੋਣੀ ਚਾਹੀਦੀ। ਥੈਂਕ ਯੂ ਸਰ, ਥੈਂਕ ਯੂ। ਠੀਕ ਹੈ ਜੀ, ਓਕੇ, ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਓਕੇ ਸਰ, ਥੈਂਕ ਯੂ ਸਰ। ਥੈਂਕ ਯੂ ਵੈਰੀ ਮਚ। ਓਕੇ ਜੀ।